ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਡੇ ਚੈਨਲ ਜਿਸ ਦਾ ਨਾਮ ਹੈ ਮਾਂ ਬੋਲੀ ਨਾ ਭੁੱਲਿਓ ਵਿੱਚ ਸਵਾਗਤ ਹੈ। ਅਤੇ ਅੱਜ ਅਸੀਂ UPSC ਦੇ ਸਿਲੇਬਸ ਦੇ ਅਕੋਰਡਿੰਗ ਅੱਗੇ ਤਿਆਰੀ ਕਰਾਂਗੇ, ਜਿਸ ਵਿੱਚ ਅੱਜ ਸਾਡਾ ਵਿਸ਼ਾ ਹੈ ਉਹ ਹੈਗਾ ਪੰਜਾਬੀ ਧੁਨੀਆਂ, ਪੰਜਾਬੀ ਭਾਸ਼ਾ ਦੀਆਂ ਧੁਨੀਆਂ। ਪੰਜਾਬੀ ਭਾਸ਼ਾ ਵਿੱਚ ਧੁਨੀਆਂ ਬਹੁਤ ਹੀ ਮਹੱਤਵ ਰੱਖਦੀਆਂ ਨੇ। ਪੰਜਾਬੀ ਭਾਸ਼ਾ ਵਿੱਚ ਧੁਨੀਆਂ ਦੋ ਪ੍ਰਕਾਰ ਵਿੱਚ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਖੰਡੀ ਧੁਨੀਆਂ ਅਤੇ ਦੂਜੀਆਂ ਨੇ ਅਖੰਡੀ ਧੁਨੀਆਂ। ਹੁਣ ਅਸੀਂ ਗੱਲ ਕਰਾਂਗੇ ਭਾਸ਼ਾ ਦੀਆਂ ਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ। ਖੰਡੀ ਧੁਨੀਆਂ ਉਹ ਧੁਨੀਆਂ ਹੁੰਦੀਆਂ ਨੇ ਜੋ ਪੰਜਾਬੀ ਭਾਸ਼ਾ ਵਿੱਚ ਸੁਤੰਤਰ ਰੂਪ ਵਿੱਚ ਵਰਤਦੀਆਂ ਹਨ। ਖੰਡੀ ਧੁਨੀਆਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਨੇ, ਸਵਰ, ਵਿਅੰਜਨ ਅਤੇ ਅਰਧ ਸਵਰ। ਹੁਣ ਅਸੀਂ ਇਹਨਾਂ ਬਾਰੇ ਜਾਣਕਾਰੀ ਲਵਾਂਗੇ। ਸਵਰ ਧੁਨੀਆਂ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਉਚਾਰਨ ਅੰਗ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਨੂੰ ਅਸੀਂ ਕਹਿੰਦੇ ਹਾਂ ਸਵਰ ਧੁਨੀਆਂ, ਯਾਨੀ ਕਿ ਕੋਈ ਰੁਕਾਵਟ ਨਹੀਂ ਆਉਂਦੀ। ਹੁਣ ਜਦੋਂ ਅਸੀਂ ਇਹਦੇ ਵਿੱਚ ਤਿੰਨ ਪ੍ਰਕਾਰ ਦੇ ਹੁੰਦੇ, ਜਿੱਦਾਂ ਊੜਾ, ਐੜਾ, ਈੜੀ, ਠੀਕ ਹੈ। ਅਤੇ ਇਹਨਾਂ ਵਿੱਚ ਸਵਰ ਵਿੱਚ ਕੁੱਲ ਕਿੰਨੇ ਸਵਰ ਹੁੰਦੇ ਆ ਨਾ, 10 ਸਵਰ ਹੁੰਦੇ ਨੇ। ਇਹਨਾਂ ਨੂੰ ਜੀਭ ਦੀ ਉਚਾਈ, ਜੀਭ ਦੀ ਸਥਿਤੀ ਅਤੇ ਬੁੱਲ੍ਹਾਂ ਦੀ ਸਥਿਤੀ ਦੇ ਆਧਾਰ 'ਤੇ ਵਿਭਿੰਨ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਜੀਭ ਦੀ ਉਚਾਈ ਦੇ ਦੇਖਦੇ ਹਾਂ ਅਸੀਂ। ਜੀਭ ਦੀ ਉਚਾਈ ਦੇ ਆਧਾਰ 'ਤੇ ਪੰਜਾਬੀ ਭਾਸ਼ਾ ਦੇ 4 ਵਰਗ ਵੰਡਿਆ ਜਾਂਦਾ ਹੈ। ਉੱਚੇ ਸਵਰ, ਅਰਧ ਉੱਚੇ ਸਵਰ, ਅਰਧ ਨੀਵੇਂ ਸਵਰ, ਨੀਵੇਂ ਸਵਰ। ਪੰਜਾਬੀ ਸਵਰਾਂ ਵਿੱਚ ਈ, ਊ ਉੱਚੇ ਸਵਰ ਹਨ ਅਤੇ ਈ, ਊ ਅਰਧ ਸਵਰ ਨੇ। ਏ ਅਤੇ ਓ ਅਰਧ ਨੀਵੇਂ ਸਵਰ ਨੇ ਅਤੇ ਐ, ਆ, ਓ ਇਹ ਕੀ ਨੇ, ਨੀਵੇਂ ਸਵਰ ਨੇ, ਠੀਕ ਹੈ। ਹੁਣ ਉੱਚੇ ਸਵਰ ਈ, ਊ ਅਰਧ। ਹੁਣ ਅਸੀਂ ਦੇਖਾਂਗੇ ਜੀਭ ਦੀ ਸਥਿਤੀ ਦੇ ਆਧਾਰ 'ਤੇ ਪੰਜਾਬੀ ਦੇ ਸਵਰਾਂ ਨੂੰ 3 ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਅਗਲੇ ਸਵਰ, ਪਿਛਲੇ ਸਵਰ ਅਤੇ ਵਿਚਲੇ ਸਵਰ। ਜਿਨ੍ਹਾਂ ਸਵਰਾਂ ਦੇ ਉਚਾਰਨ ਮੂੰਹ ਦੇ ਅਗਲੇ ਪਾਸੇ ਵੱਲ ਕੀਤਾ ਜਾਂਦਾ ਹੈ ਉਹਨਾਂ ਨੂੰ ਕੀ ਕਹਿੰਦਾ ਹੈ, ਅਗਲੇ ਸਵਰ ਕਿਹਾ ਜਾਂਦਾ ਹੈ। ਜਿਨ੍ਹਾਂ ਦਾ ਉਚਾਰਨ ਮੂੰਹ ਦੇ ਪਿਛਲੇ ਪਾਸੇ ਕੀਤਾ ਜਾਂਦਾ ਉਹਨਾਂ ਨੂੰ ਪਿਛਲੇ ਸਵਰ ਕਿਹਾ ਜਾਂਦਾ ਹੈ। ਅਤੇ ਅਗਲੇ ਅਤੇ ਪਿਛਲੇ ਸਵਰਾਂ ਦੇ ਦਰਮਿਆਨ ਜਿਹੜੇ ਸਵਰਾਂ ਨੂੰ ਵਿਚਾਰਲੇ ਸਵਰ ਕਿਹਾ ਜਾਂਦਾ ਹੈ। ਅਤੇ ਹੁਣ ਅਸੀਂ ਦੇਖਾਂਗੇ ਕਿਹੜੇ ਹੁੰਦੇ ਅਗਲੇ ਅਤੇ ਪਿਛਲੇ ਸਵਰ। ਅਗਲੇ ਸਵਰ ਵਿੱਚ ਈ, ਏ, ਐ ਇਹ ਵਾਲੇ ਸਵਰ ਹੁੰਦੇ ਨੇ। ਵਿਚਲੇ ਸਵਰ ਈ, ਅ, ਊ, ਆ ਅਤੇ ਪਿਛਲੇ ਸਵਰ ਓ, ਔ, ਔ ਇਹ ਜਿਹੜੇ ਪਿਛਲੇ ਸਵਰ ਨੇ। ਹੁਣ ਅਸੀਂ ਦੇਖਾਂਗੇ ਬੁੱਲ੍ਹਾਂ ਦੀ ਸਥਿਤੀ ਦੇ ਆਧਾਰ 'ਤੇ ਕਿਹੜੇ ਸਵਰ ਬਣਦੇ ਨੇ। ਬੁੱਲ੍ਹਾਂ ਦੀ ਸਥਿਤੀ ਦੇ ਆਧਾਰ 'ਤੇ ਕਿਹੜੇ ਸਵਰ ਬਣਦੇ ਨੇ। ਬੁੱਲ੍ਹਾਂ ਦੀ ਸਥਿਤੀ ਦੇ ਆਧਾਰ 'ਤੇ ਅਨੁਸਾਰ ਪੰਜਾਬੀ ਸਵਰਾਂ ਨੂੰ 2 ਹਿੱਸੇ ਵਿੱਚ ਵੰਡਿਆ ਜਾਂਦਾ ਹੈ, ਗੁਲਾਈਦਾਰ ਸਵਰ ਅਤੇ ਗੁਲਾਈ ਰਹਿਤ ਸਵਰ। ਪੰਜਾਬੀ ਭਾਸ਼ਾ ਵਿੱਚ ਕਈ ਸਵਰ ਐਸੇ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਬੁੱਲ੍ਹਾਂ ਦੀ ਸਥਿਤੀ ਸ਼ਕਲ ਗੋਲ ਹੋ ਜਾਂਦੀ ਹੈ, ਉਹਨਾਂ ਨੂੰ ਗੁਲਾਈਦਾਰ ਸਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਊ, ਓ ਗੁਲਾਈਦਾਰ ਸਵਰ ਹਨ। ਪੰਜਾਬੀ ਭਾਸ਼ਾ ਦੇ ਆਹ ਵਾਲੇ ਸਵਰ ਜਿਹੜੇ ਨੇ ਇਹ ਗੁਲਾਈਦਾਰ ਸਵਰ ਨੇ, ਪਰੰਤੂ ਜਿਨ੍ਹਾਂ ਦੇ ਉਚਾਰਨ ਵੇਲੇ ਬੁੱਲ੍ਹਾਂ ਦੀ ਸਥਿਤੀ ਚਪਟੀ ਰਹਿੰਦੀ ਉਹਨਾਂ ਨੂੰ ਕੀ ਕਹਿੰਦੇ, ਗੁਲਾਈ ਰਹਿਤ ਸਵਰ। ਪੰਜਾਬੀ ਭਾਸ਼ਾ ਵਿੱਚ ਈ, ਏ ਆਦਿ ਜਿਹੜੇ ਨੇ ਇਹ ਗੁਲਾਈ ਰਹਿਤ ਸਵਰ ਨੇ। ਗੁਲਾਈਦਾਰ ਸਵਰ ਅਤੇ ਆਹ ਗੁਲਾਈ ਰਹਿਤ ਸਵਰ। ਵਿਅੰਜਨ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਧੁਨੀਆਂ ਨੂੰ ਉਚਾਰਨ ਸਮੇਂ ਉਚਾਰਨ ਅੰਗ ਥੋੜ੍ਹੀ ਬਹੁਤ ਰੁਕਾਵਟ ਪਾਉਣ, ਉਹਨਾਂ ਨੂੰ ਵਿਅੰਜਨ ਧੁਨੀਆਂ ਆਖਿਆ ਜਾਂਦਾ ਹੈ, ਜਿਵੇਂ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਲਾ ਤੱਕ। ਅਰਧ ਸਵਰ। ਕਈ ਵਾਰ ਧੁਨੀਆਂ ਅਰਧ ਸਵਰ ਵਿਅੰਜਨ। ਕਈ ਧੁਨੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਾ ਤਾਂ ਸਵਰਾਂ ਦੀ ਵਿਅੰਗੀ ਵਿੱਚ ਰੱਖਿਆ ਜਾਂਦਾ ਹੈ ਅਤੇ ਨਾ ਹੀ ਵਿਅੰਜਨਾਂ ਦੀ, ਉਹਨਾਂ ਨੂੰ ਅਸੀਂ ਕਹਿੰਦੇ ਅਰਧ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 2 ਅਰਧ ਸਵਰ ਹਨ, ਜਈਆ ਅਤੇ ਵਾਵਾ। ਜਈਆ ਤਾਲਵੀ ਹੈ ਜਦ ਕਿ ਵਾਵਾ 2 ਹੋਠੀ ਹੈ। ਇਸ ਪ੍ਰਕਾਰ ਧੁਨੀਆਂ ਦੇ ਅੰਤਰਗਤ ਸਵਰਾਂ ਅਤੇ ਵਿਅੰਜਨਾਂ ਦੇ ਅਰਧ ਸਵਰਾਂ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬੀ ਦੀਆਂ ਅਖੰਡੀ ਧੁਨੀਆਂ। ਖੰਡੀ ਧੁਨੀਆਂ ਦੇ ਮੁਕਾਬਲੇ ਉੱਤੇ ਅਖੰਡੀ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜੋ ਭਾਸ਼ਾ ਵਿੱਚ ਸੁਤੰਤਰ ਨਾ ਹੋਣ। ਖੰਡੀ ਧੁਨੀਆਂ ਸੁਤੰਤਰ ਹੁੰਦੀਆਂ ਸੀ, ਅਖੰਡੀ ਧੁਨੀਆਂ ਸੁਤੰਤਰ ਨਹੀਂ ਹਨ।
ਇਹਨਾਂ ਦੀ ਵਰਤੋਂ ਪ੍ਰਸੰਗ ਮੂਲਕ ਹੁੰਦੀ ਹੈ। ਇਹ ਸਿਰਫ ਖੰਡੀ ਧੁਨੀਆਂ ਨਾਲ ਹੀ ਆ ਸਕਦੀਆਂ ਹਨ। ਪੰਜਾਬੀ ਦੀ ਖੰਡੀ ਧੁਨੀਆਂ ਵਿੱਚ ਪਿੱਚ, ਸਵਰ, ਸੁਰ, ਲਹਿਰ, ਨਾਸਿਕਤਾ, ਦਬਾਅ ਦੀ ਗੱਲ ਕੀਤੀ ਜਾਂਦੀ ਹੈ। ਪਿੱਚ ਕੀ ਹੁੰਦੀ ਆ? ਜਦੋਂ ਮਨੁੱਖ ਸਾਹ ਲੈਂਦਾ ਉਹਦੇ ਸਵਰ ਤੰਦਾਂ ਵਿੱਚ ਕੰਬਣੀ ਪੈਂਦਾ ਹੁੰਦੀ ਹੈ ਅਤੇ ਇਹ ਕੰਬਣੀ ਘਟਦੀ ਵੱਧਦੀ ਰਹਿੰਦੀ ਹੈ। ਇਹਨਾਂ ਦੀ ਗਤੀ ਕਦੀ ਤੇਜ਼ ਹੁੰਦੀ ਹੈ ਅਤੇ ਕਦੀ ਹੌਲੀ ਹੁੰਦੀ ਹੈ। ਇਹ ਸੁਰ ਤੰਤਾਂ ਦੀ ਕੰਬਣੀ ਗਤੀ ਨੂੰ ਕੀ ਕਹਿੰਦੇ ਆ? ਪਿੱਚ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਸੁਰ, ਉਸ ਤੋਂ ਅੱਗੇ ਹੈਗਾ ਸੁਰ। ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਸੁਰ ਤੰਦਾਂ ਦੀ ਕੰਬਣੀ ਗਤੀ ਕਦੇ ਇੱਕੋ ਜਿਹੀ ਨਹੀਂ ਹੁੰਦੀ, ਇਹ ਕਦੀ ਘਟਦੀ ਹੈ ਅਤੇ ਕਦੇ ਵੱਧਦੀ ਹੈ। ਜਦੋਂ ਸੁਰ ਤੰਦਾਂ ਦੀ ਗਤੀ ਘਟਦੀ ਹੈ ਤਾਂ ਇਸ ਨੂੰ ਨੀਵੀਂ ਸੁਰ ਕਿਹਾ ਜਾਂਦਾ ਹੈ। ਜਦੋਂ ਸੁਰਾਂ ਦੀ ਗਿਣਤੀ ਤੰਦਾਂ ਦੀ ਗਤੀ ਵੱਧਦੀ ਹੈ ਤਾਂ ਇਸ ਨੂੰ ਉੱਚੀ ਸਵਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਪਿੱਚ ਹੇਠਲੇ ਪੱਧਰ ਤੋਂ ਉੱਪਰ ਵੱਲ ਨੂੰ ਜਾਂਦੀ ਹੈ ਤਾਂ ਉਸ ਨੂੰ ਉੱਚੀ ਸਵਰ ਕਿਹਾ ਜਾਂਦਾ ਹੈ। ਜਿਵੇਂ ਹੇਠਲੇ ਪੱਧਰ ਤੋਂ ਉੱਪਰ ਨੂੰ ਵੱਲ ਜਾਣਾ, ਇਹਨੂੰ ਕਹਿੰਦੇ ਉੱਚੀ ਸਵਰ। ਇਹਨੂੰ ਇਹਦੇ ਨਾਲ ਡਿਨੋਟ ਕੀਤਾ ਜਾਂਦਾ। ਜਦੋਂ ਉੱਪਰਲੇ ਸਵਰ ਤੋਂ ਉੱਪਰਲੇ ਲੈਵਲ ਤੋਂ ਹੇਠਾਂ ਵੱਲ ਡਿੱਗਦੀ ਹੈ ਤੇ ਉਸਨੂੰ ਕੀ ਕਹਿੰਦੇ ਆ? ਨੀਵੀਂ ਸਵਰ। ਜਿਵੇਂ ਇੱਦਾਂ, ਇਹ ਹੋ ਗਿਆ ਨੀਵੀਂ ਸਵਰ। ਕਈ ਵਾਰ ਪਿੱਚ ਦਾ ਲੈਵਲ ਪੱਧਰਾ ਹੁੰਦਾ ਹੈ, ਪਿੱਚ ਨਾ ਘਟਦੀ ਹੈ ਨਾ ਵੱਧਦੀ ਹੈ ਤੇ ਸਮਾਂਤਰ ਵਿਚਰਦੀ ਹੈ। ਇਹ ਪੱਧਰੀ ਸੁਰ ਹੈ। ਪੰਜਾਬੀ ਵਿੱਚ 3 ਸੁਰ ਹਨ। ਨੀਵੀਂ ਸੁਰ ਕਿਹੜੀ ਹੈ? ਨੀਵੀਂ ਸੁਰ ਵਿੱਚ ਜਿੱਦਾਂ ਘਰ, ਘੋੜਾ, ਧੋਬੀ, ਭਾਰ, ਢੋਲ, ਇਹ ਨੀਵੀਂ ਸੁਰ ਨੇ। ਉੱਚੀ ਸੁਰ ਵਿੱਚ ਮਾਗੀ, ਸਾਧੂ। ਪੱਧਰੀ ਸੁਰ ਕਾਰ, ਸਿੰਘ, ਪਾਲ। ਤੀਜਾ ਹੈਗਾ ਹੈ ਸੁਰਵਾਕ। ਸੁਰਵਾਕ ਦਾ ਸੰਬੰਧ ਸੁਰ ਤੰਤਾਂ ਦੀ ਕੰਬਣੀ ਨਾਲ ਹੈ, ਪਰ ਵਾਕ ਸੁਰ ਦੀ ਪ੍ਰਕਾਰਜਨੀ ਘੇਰਾ ਅਲੱਗ ਹੈ। ਜਿੱਥੇ ਸੁਰ ਸਿਰਫ ਸ਼ਬਦ ਤੱਕ ਹੀ ਸੀਮਿਤ ਹੁੰਦੀ ਹੈ ਉੱਥੇ ਵਾਕ ਸੁਰ ਦਾ ਘੇਰਾ ਵਾਕ ਹੈ। ਜਦੋਂ ਸੁਰ ਵਾਕ ਦੀ ਪੱਧਰ ਤੇ ਸਾਰਥਿਕ ਹੁੰਦੀ ਹੈ ਤਾਂ ਇਸ ਨੂੰ ਵਾਕ ਸੁਰ ਕਿਹਾ ਜਾਂਦਾ ਹੈ। ਇਹਦੇ 3 ਲਿਖਤ ਪੈਟਰਨ ਜਿਹੜੇ ਆ, 3 ਪੈਟਰਨ ਮੁੱਖ ਹਨ। ਇੱਕ ਬਿਆਨੀਆ ਵਾਕ, ਪ੍ਰਸ਼ਨੀਆ ਵਾਕ, ਬਿਸਮਕ ਵਾਕ। ਬਿਆਨੀਆ ਵਾਕ ਵਿੱਚ ਵਾਕਾਂ ਦੇ ਅਖੀਰ ਦੇ ਸੁਰ ਨੀਵੇਂ ਹੁੰਦੇ ਹਨ, ਜਿਵੇਂ ਉਹ ਘਰ ਗਿਆ ਹੈ। ਪ੍ਰਸ਼ਨਿਕ ਵਾਕ ਵਿੱਚ ਆਮ ਤੌਰ 'ਤੇ ਵਾਕ ਦੇ ਅਖੀਰ ਵਿੱਚ ਉੱਚੀ ਸਵਰ ਹੋ ਜਾਂਦੀ ਹੈ, ਜਿਵੇਂ ਉਹ ਆ ਗਿਆ ਹੈ। ਤੇ ਉਪਰੋਕਤ ਕਿਸਮਾਂ ਦੇ ਵਾਕ ਵਿੱਚ ਵਾਕ ਦੇ ਅਖੀਰ ਆਮ ਤੌਰ 'ਤੇ ਉੱਚੀ ਸਵਰ ਦੀ ਵਰਤੋਂ ਕੀਤੀ ਜਾਂਦੀ ਹੈ। ਪਰੰਤੂ ਜਿਹੜੇ ਪ੍ਰਸ਼ਨਵਾਚਕ ਵਾਕ ਕੀ, ਕਦ, ਕਦੋਂ, ਕਿਉਂ ਅਰਥਾਤ ਕਿ ਵਰਗੇ ਦੇ ਪ੍ਰਸ਼ਨਵਾਚਕ ਅੰਸ਼ਾਂ ਨਾਲ ਸ਼ੁਰੂ ਹੁੰਦੇ ਹਨ, ਉਹਨਾਂ ਦੇ ਅਖੀਰ 'ਤੇ ਨੀਵੀਂ ਸੁਰ ਆਉਂਦੀ ਹੈ, ਜਿਵੇਂ ਕਿ ਉਹ ਆ ਗਿਆ ਹੈ। ਬਿਸਮਿਕ ਵਾਕ ਭਾਸ਼ਾਈ ਬੁਲਾਰੇ ਵੱਲੋਂ ਮਨੋਵਿਰਤੀਆਂ ਨੂੰ ਸਾਕਾਰ ਕਰਦੀਆਂ ਹਨ। ਇਹਨਾਂ ਵਿੱਚ ਆਮ ਤੌਰ 'ਤੇ ਸੁਰ ਜਿਹੜੀ ਹੈ ਪੱਧਰੀ ਹੀ ਹੁੰਦੀ ਹੈ। ਇੱਕ ਹੈ ਨਾਸਿਕਤਾ। ਨਾਸਿਕਤਾ ਦਾ ਸੰਬੰਧ ਉਚਾਰਨ ਲਹਿਜੇ ਨਾਲ ਵਧੇਰੇ ਹੈ। ਮੌਖਿਕ ਸਵਰਾਂ ਨੂੰ ਨਾਸਿਕ ਸਵਰਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਨਾਸਿਕਤਾ ਕਿਹਾ ਜਾਂਦਾ ਹੈ। ਜਿਵੇਂ ਸਾਂਗ, ਸਾਗ, ਸਾਂਗ, ਅੱਗ, ਅੰਗ। ਇਹਦੇ ਵਿੱਚ ਕੀ ਹੈ? ਇੱਥੇ ਟਿੱਪੀ, ਇਹਨੂੰ ਅਸੀਂ ਕਿਹਦੇ ਵਿੱਚ ਬੋਲਦੇ ਹਾਂ? ਨੱਕ 'ਚ ਬੋਲ ਰਹੇ ਹਾਂ। ਸਾਗ, ਜੇ ਉੱਤੇ ਇਹਦੇ ਉੱਤੇ ਬਿੰਦੀ ਪਾਤੀ ਸਾਂਗ ਬਣ ਜਾਣਾ ਇਹ ਸਾਗ, ਸਾਂਗ। ਅੱਗ, ਜੇ ਇਹਦੇ ਉੱਤੇ ਇਹਨੂੰ ਨੱਕ 'ਚ ਬੋਲਾਂਗੇ ਤਾਂ ਅੰਗ ਬਣ ਜਾਣਾ। ਪੰਜਾਬੀ ਭਾਸ਼ਾ ਵਿੱਚ ਨਾਸਿਕਤਾ ਨੂੰ ਸਾਕਾਰਨ ਲਈ 2 ਵਿਧੀਆਂ ਹਨ, ਬਿੰਦੀ ਦੀ ਵਰਤੋਂ ਜਾਂ ਟਿੱਪੀ ਦੀ ਵਰਤੋਂ। 2 ਵਿਧੀ, ਜਾਂ ਤਾਂ ਬਿੰਦੀ ਨਾਲ ਨਾਸਿਕਤਾ ਨੂੰ ਦਰਸਾਇਆ ਜਾ ਸਕਦਾ ਹੈ ਜਾਂ ਤਾਂ ਟਿੱਪੀ ਪਾ ਕੇ।
ਬਿੰਦੀ ਦੀ ਵਰਤੋਂ ਆਮ ਤੌਰ 'ਤੇ ਅਰਧ ਸਵਰਾਂ ਨਾਲ ਕੀਤੀ ਜਾਂਦੀ ਹੈ ਜਾਂ ਬਿੰਦੀ ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਮਾਤਰ ਵਰਨ ਦੇ ਉੱਪਰ ਜਾਂ ਸੱਜੇ ਪਾਸੇ ਲੱਗੀ ਹੋਵੇ, ਜਿਵੇਂ ਸਾਗ, ਸਾਗ, ਸਾਂਗ, ਸੋਗੀ, ਸੋਗੀ, ਸੀ, ਸੀ। ਟਿੱਪੀ ਦੀ ਵਰਤੋਂ ਲਘੂ ਸਵਰਾਂ ਨਾਲ ਕੀਤੀ ਜਾਂਦੀ ਹੈ, ਜਿਵੇਂ ਸਿੰਘ, ਅੰਗ, ਸੰਗ, ਲੰਘ, ਮਿੰਨੀ। ਇਸ ਤਰ੍ਹਾਂ ਨਾਸਿਕ ਦੀ ਵਰਤੋਂ ਵਿੱਚ 2 ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਇੱਥੇ ਹੀ ਆਪਣੀ ਵੀਡੀਓ ਖ਼ਤਮ ਕਰਦੇ ਹਾਂ ਅਤੇ ਅਗਲੀ ਵੀਡੀਓ ਅਸੀਂ ਨੈਕਸਟ ਲੈ ਕੇ ਆਵਾਂਗੇ। ਸੋ ਜੇ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਅੱਗੇ ਹੋਰ ਸਟੂਡੈਂਟ ਤੱਕ ਵੀ ਪਹੁੰਚ ਸਕੇ। ਧੰਨਵਾਦ।